ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤੇ ਇਲਾਹੀ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਅੱਜ ਦਾ ਜੋ ਸ਼ਬਦ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਉਹ ਆਪ ਜੀ ਨੇ ਸਿੰਘ ਸਾਹਿਬ ਪਾਸੋਂ ਸਰਵਣ ਕੀਤਾ ਹੈ। ਤੁਛ ਬੁੱਧੀ ਅਨੁਸਾਰ ਕੁਛ ਵਿਚਾਰਾਂ ਆਪ ਜੀ ਦੇ ਸਨਮੁਖ ਰੱਖ ਸਕਾਂ, ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਆਰੰਭਤਾ ਦੇ ਵਿੱਚ ਮਹਾਰਾਜ ਨੇ ਛੋਟੇ ਰੂਪ ਦੇ ਵਿੱਚ ਜੋ ਮੰਗਲਾ ਚਰਨ ਹੈ, ਉਹ ਸਤਿਗੁਰਾਂ ਨੇ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। परमात्मा एक है, दूसरा कोई नहीं है। वो एक कौन है? महाराज कहते ने ओंकार है। उस एक तो ही सारी सृष्टि दी पालना है, एक तो ही सारियां दा विनाश भी है। मारे राखे एको आप, मानस के किछ नाही हाथ। मारना ते जिवालना पालना करनी सब एक परमात्मा तो है। गुरु नानक सच्चे पातशाह ने जपजी साहब दे अंदर बड़ा सुंदर निर्णय किया है। महाराज कहते ने कीता पसाओ एको कवाओ, तिस ते होए लख दरियाओ। परमात्मा तो एक शब्द होया ते संसार बन गया है। बनाने वाला कोई दूसरा नहीं है, एक परमात्मा ही है सारी सृष्टि का। इंज कह लो कि कीड़ी तो लैके हाथी तक, सब तो सूक्ष्म जीव तो लैके सब तो वड्डे जीव तक बनाने वाला एक परमात्मा ही है, दूसरा कोई नहीं है। फिर असी वखरे वखरे किवें हो गए हाँ? गुरबाणी कहती है जैसे कुम्हार मिट्टी विच पानी पा देंदा है, भांडे बना देंदा वे। कोई छोटे भांडे, कोई वड्डे भांडे, कुछ होर वड्डे भांडे, नाम उन्हां दे अलग अलग रख दिते जांदे ने। किसी नूं असी कुंडा कह दिंदे हां, कोई गुलदस्ता बना दिता है, कोई दीवा बना दिता वे। भांडियां दे नाम वखरे वखरे हो सकते हैं, पर मिट्टी सारियां दे विच इक्को ही है। बनाने वाला भी एक कुम्हार ही है। एकल माटी कुंचर कीटी, पांजन है बहु नाना रे। अस्थावर जंगम कीट पतंगम, घट घट राम समाना रे। हर एक दे विच वो परमात्मा मौजूद है। बनाने वाला भी वो एक परमात्मा ही है। पर असी भांडियां दे नाम वखरे वखरे रख के एक दूजे दे नाल नफरत करन लग पे हाँ। असी महाराज कहते ने बनाने वाला तो इक्को ही है। गुरु नानक सच्चे पातशाह ने भाई मरदाना जी नूं, जिसनूं संसारिक तौर पर मरासी कहा जाता सी, लेकिन गुरु नानक ने कोई वितकरा नहीं किया है। तकरीबन कोई 53 साल तक महाराज ने अपने नाल रखिया है। क्यों? सतगुरां दा उपदेश सी बनाने वाला इक्को ही है, फिर नफरत किस गल दी है। बड़े सुंदर बोल ने एक विद्वान दे, वो कहते सब हिंदू हैं अच्छे, ना मुसलमान हैं अच्छे। दिल नेक हैं जिनके वही इंसान हैं अच्छे।
ਜਿਹਦਾ ਦਿਲ ਨੇ ਕਹਿਣਾ ਉਹ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੁੰਦਾ ਹੈ। ਬਾਕੀ ਜਾਤ ਪਾਤ ਦਾ ਜਿਤਨਾ ਮਰਜ਼ੀ ਇਹ ਹੰਕਾਰ ਕਰੀ ਜਾਓ, ਨਿਰੰਕਾਰ ਦੇ ਦਰ ਤੇ ਇਹ ਕੁਛ ਵੀ ਨਹੀਂ ਚੱਲਦਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ ਕਹੇ। ਜਿਹਦੀ ਪ੍ਰਮਾਤਮਾ ਦੇ ਦਰ ਤੇ ਪੱਤ ਪੈ ਜਾਵੇ ਬਸ ਉਹ ਪ੍ਰਵਾਨ ਹੈ, ਉਹ ਕੋਈ ਵੀ ਹੋ ਸਕਦਾ ਵੇ। ਬੜੀ ਲੰਬੀ ਚੌੜੀ ਵਿਆਖਿਆ, ਪਰ ਆਪਾਂ ਸ਼ਬਦ ਤੱਕ ਪਹੁੰਚਣਾ ਹੈ। ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ। ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਮਹਾਰਾਜ ਜੀ ਫਿਰ ਰਾਗ ਦਾ ਜ਼ਿਕਰ ਕਰਦੇ ਹਨ। ਰਾਗ ਗੌੜੀ ਬੈਰਾਗਣ ਮਹੱਲਾ ਤੀਜਾ। ਗੌੜੀ ਰਾਗ ਦੀ ਇੱਕ ਬੈਰਾਗਣ ਕਿਸਮ ਹੈ ਜਿਸ ਦੇ ਵਿੱਚ ਮਹਾਰਾਜ ਨੇ ਇਸ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਹੈ। ਸ਼ਬਦ ਹੈ ਬਿਰਧ ਬਾਬਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਲੰਬਾ ਸਮਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। 72 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ। ਸਤਿਗੁਰ ਜੀ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰ ਤੇ ਜੋ ਮੋਹ ਫੇਰੇ ਤੇ ਵੇਮੁਖ ਬੁਰੇ ਦਿਸਨ। ਜਿਹੜਾ ਸਤਿਗੁਰ ਤੋਂ ਗੁਰੂ ਤੋਂ ਮੂੰਹ ਫੇਰ ਲੈਂਦਾ, ਮਹਾਰਾਜ ਕਹਿੰਦੇ ਨੇ ਉਹ ਬੁਰੇ ਦਿਸਨ, ਉਹ ਸਭ ਤੋਂ ਭੈੜੇ ਮਨੁੱਖ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਤਿੰਨਾਂ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ। ਗੁਰੂ ਦੇ ਵੱਲ ਮੁਖ ਹੋ ਜਾਏ ਤਾਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਤੋਂ ਅਗਰ ਮੂੰਹ ਫੇਰ ਲਵੇ ਬੰਦਾ, ਉਹ ਬੰਦਾ ਫਿਰ ਪਰਮਾਤਮਾ ਦਾ ਰੂਪ ਤਾਂ ਕੀ ਹੋਣਾ ਹੈ, ਬਲਕਿ ਸ਼ੈਤਾਨ ਬਣ ਜਾਂਦਾ ਵੇ। ਮੈਂ ਇੱਕ ਗਾਥਾ ਪੜ੍ਹੀ ਸੀ। ਇੱਕ ਚਿੱਤਰਕਾਰ ਬੜੀ ਸੁੰਦਰ ਚਿੱਤਰਕਾਰੀ ਕਰਦਾ ਸੀ। ਲੋਕਾਂ ਨੇ ਉਸ ਨੂੰ ਆਖਿਆ ਵੀ ਤੂੰ ਬੜਾ ਸੋਹਣਾ ਚਿੱਤਰਕਾਰ ਹੈ, ਕੋਈ ਐਸੀ ਤਸਵੀਰ ਬਣਾ ਕਿ ਜਿਹਨੂੰ ਵੇਖ ਕੇ ਲੱਗੇ ਕਿ ਇਹ ਪਰਮਾਤਮਾ ਦਾ ਰੂਪ ਹੈ। ਕੋਈ ਐਸੀ ਤਸਵੀਰ ਬਣਾ ਦੇ ਜਿਹਨੂੰ ਦੇਖ ਕੇ ਲੋਕੀ ਕਹਿਣ ਕਿ ਅਗਰ ਪਰਮਾਤਮਾ ਹੈ ਤਾਂ ਉਹ ਇਸ ਤਰ੍ਹਾਂ ਦਾ ਹੈ। ਕੋਈ ਐਸੀ ਤਸਵੀਰ ਬਣਾ। ਚਿੱਤਰਕਾਰ ਨੂੰ ਵੀ ਇਹ ਖਿਆਲ ਠੀਕ ਲੱਗਾ, ਉਹਨੂੰ ਇਹ ਕੰਮ ਕਰਨਾ ਚਾਹੀਦਾ ਮੈਨੂੰ। ਹੁਣ ਪਰਮਾਤਮਾ ਦੀ ਤਸਵੀਰ ਬਣਾਉਣੀ ਹੈ, ਕੋਈ ਸਾਹਮਣੇ ਕੋਈ ਮਾਡਲ ਹੋਵੇ, ਕੋਈ ਐਸਾ ਮਨੁੱਖ ਹੋਵੇ ਜਿਹਨੂੰ ਦੇਖ ਕੇ ਮੈਂ ਤਸਵੀਰ ਬਣਾਵਾਂ, ਕਿਉਂਕਿ ਰੱਬ ਦੀ ਤਸਵੀਰ ਬਣਾਉਣੀ ਹੈ ਕੋਈ ਮਾਮੂਲੀ ਚੀਜ਼ ਤਾਂ ਹੈ ਨਹੀਂ ਹੈ। ਇਹ ਤਲਾਸ਼ ਕਰਨ ਵਾਸਤੇ ਨਿਕਲ ਪਿਆ ਵੀ ਕੋਈ ਐਸਾ ਮਨੁੱਖ ਮਿਲੇ, ਕਿਉਂਕਿ ਰੱਬ ਦੀ ਤਾਂ ਕੋਈ ਤਸਵੀਰ ਹੈ ਨਹੀਂ ਹੈ। ਆਖਿਰ ਨਜ਼ਰ ਤੇ ਸਾਡੇ ਵਿੱਚੋਂ ਹੀ ਆਉਣਾ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਸਿੱਖ ਦੇ ਵਿੱਚ ਗੁਰੂ ਦਾ ਰੂਪ ਹੈ, ਗੁਰੂ ਦੇ ਵਿੱਚ ਸਿੱਖ ਦਾ ਰੂਪ ਹੈ। ਪਰਮਾਤਮਾ ਸੰਸਾਰ ਦੇ ਵਿੱਚ ਮੌਜੂਦ ਹੈ, ਇਹ ਸੰਸਾਰ ਹੀ ਪਰਮਾਤਮਾ ਦਾ ਰੂਪ ਹੈ। ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ,
सच्चे का विश्वास। कोई होर रब दा रूप तो नहीं ना, ये तलाश करन वास्ते निकल गया है। कोई ऐसा मनुख मिल जाए जिन्हों देख के लगे कि वाकई ये रब है, उदी मैं फिर तस्वीर बनावां। तलाश करदियां करदियां काफ़ी समा निकल गया। एक दिन जंगल दे विच एक कोई बड़ी मस्तानी जी रूह बैठी हुई इस नूं मिल गई। सिमरन करदा सी, बंदगी करदा सी। चेहरे दे उत्ते ऐसा नूर सी कि देख के मन नूं ठंड पै जांदी सी। ऐसा नूर सी उसदे। इन्हें जाके उसनूं हथ जोड़ के कहा भी मैं तेरी तस्वीर बनानी है। क्यों बनानी है? कहंदे लोग कहंदे ने भी रब दी तस्वीर बना। हुण रब ते किधरे मिलदा नहीं है, ना कोई उहदा रूप है। तेरी तस्वीर बनावांगा, तेरे विचों लोकी रब दे दर्शन करन। तेरी तस्वीर बनानी है मैं। उसनूं अपने नाल ले आया। काफ़ी उसने मेहनत की और तस्वीर बनाई। लोगों ने बड़ी पसंद की, उन्होंने भी वाकई कमाल कर दिता, है तो रब ही है बिल्कुल। अगर रब दे दर्शन करने होन तो इस तस्वीर दे दर्शन करो। आकार रूप विच अगर रब देखना तो तस्वीर नूं देख लवो। लोगों ने बड़ी पसंद की। समा बीतदा गया। किसी ने आके इसनूं आख्या भी तेरी उम्र हुण बहुत थोड़ी रह गई है, ते तू एक काम होर कर दे भी तू रब दी ते तस्वीर बनाई है, एक तस्वीर तू शैतान दी भी बना दे, ताकि लोगों नूं फर्क नज़र आवे कि रब केड़ा है ते शैतान केड़ा है। तू एक काम होर कर दे। इन्हें भी आख्या भी गल तो ठीक है, पता लगे शैतान कौन है ते रब कौन है। हुण इसनूं फिर तलाश है भी कोई ऐसा रूप मेरे सामने आवे भी जिन्हों लोकी देख के कहण भी ये तो वाकई शैतान ही है। तलाश दे विच निकल गया। काफ़ी समा ये घुमदा रहा। कोई ऐसा बंदा मिलिया नहीं जिन्हों देख के कह सके भी ये शैतान है। तो किसी ने आख्या भी तू इंज कर, जिहड़ियां जेलां हुंदियां ना जिथे मुजरिमां नूं बंद किया जाता है, कोई उत्थे जाके लभ, हो सकता है कोई पापी, कोई गुनाहगार, कोई मुजरम उत्थे बंद किया होवे जिहड़ा लगे भी वाकई ये शैतान ही है। एक जेल दे विच चला गया। उत्थे इसने जब तलाश की तो एक बंदा इसनूं मिल गया जिन्हों देख के लगदा सी भी वाकई ये तो शैतान दी मूरत है। डर तो इसनूं भी लगा, पर हथ जोड़ के उसनूं कहंदा भी मैं तेरी तस्वीर बनानी है, जे तू कुछ समा मैनू दे दवें। उन्हें आख्या भी तस्वीर क्यों बनानी है? कहंदा मैं काफ़ी समा पहले परमात्मा की तस्वीर बनाई है, हुण लोग कहंदे ने शैतान की तस्वीर बनाओ, तो मैनू लगता है भी तेरे तो वड्डा शैतान तो कोई हो नहीं सकता है। मैं तेरी तस्वीर बनानी है। कहंदे ने बंदा रोण लग पिया है। तो उन्हें आख्या भी मैं तैनू कुछ बुरा भला तो नहीं आख्या, सिर्फ तस्वीर बनानी है तेरी, इतनी की बेनती की है, तू रोंदा किहड़ी गल तो है? पता है उसने की जवाब दिता? कहंदा वो जिहड़ी तू रब दी तस्वीर बनाई सी ना, वो बंदा भी मैं ही हाँ, ते अज जिहड़ी तू शैतान दी तस्वीर बनान लग्या है, वो बंदा भी हुण मैं ही हाँ। मैं इस वास्ते रोंदा पिया कि जिस वक्त मैं परमात्मा वल मेरा मुख सी तो मैनू लोकी रब कहंदे सन, अज मेरा मुख परमात्मा तो दूजे पासे हो गया है, कुसंगत दे विच पै गया, तू हुण मैनू शैतान कहंदा पिया। बंदा भी इक्को ही है, मैं भी उही हाँ, तू भी उही है। मुख अगर गुरु दे वल हो जाए तो बंदा गुरु जैसा बन जाता है, पर जे किधरे बंदा गुरु तो बेमुख हो जाए ना,
तो फिर समझ लेना कि वो शैतान का रूप बन जाता है। यही तो गुरु अमरदास महाराज सच्चे पातशाह बाबा फरीद साहब भी यही कह रहे हैं कि तिन्ना मुख डरावने जिन्ना विसारियो ना हो। जिहड़े गुरु तो मूँह फेर लैंदे ने बेमुख हो जाते हैं। देखो जिन्हां दे सामने मौत सी, असी हुणे गुरु तेग बहादुर साहब महाराज का शहीदी पुरब मनाया है। सतगुरां तो पहले जिहड़े महान सिख सन, भाई मती दास जी, भाई सती दास जी, भाई दयाला जी नूं शहीद किया गया है। ते भाई मती दास जी नूं पुछया सी जलादां ने भी तेरी आखिरी इच्छा की है, तेरी कोई आखिरी इच्छा होवे। भाई मती दास जी कहते ने बस एक गल का ख्याल रखी, बस होर मैनू कुछ नहीं चाहिए वे, सिर्फ एक गल का। वो की है? कहते ने भावें अज होवे ते भावें कल होवे, मेरा मुख गुरु दे वल होवे। भावें जैसा भी समा आ जाए, शरीर दे भावें टुकड़े टुकड़े कर दवी, पर इतना ख्याल रखी मेरा मुख गुरु दे वल होवे, बस ये मेरी मंग है। वो जिन्हां दे सामने मौत सी, क्योंकि लालच दिते गए सन कि दुनिया दे सारे सुख तुहाडी झोली दे विच पा दिते जाणगे, केवल अपने गुरु तो बेमुख हो जाओ, बस उधरों छड़ के ते इस पासे आ जाओ। उन्होंने मौत नूं कबूल किया है, पर अपने गुरु वालों उन्होंने मुख नहीं मोड़िया है। अज ते साडे उत्ते कोई प्रेशर भी नहीं है, कोई किसी का जुल्म भी नहीं है, किसी की तलवार नहीं है, किसी का कोई दबाव भी नहीं है साडे कोल। दुनिया दे सुख भी साडे कोल ने, सब कुछ है, पर फिर भी पता नहीं क्यों साडा मुख गुरु वाल नहीं होंदा है। जे गुरु वाल मुख होंदा ना, हुणे सिंह साहब जी बेनती करके गए कि अमृत छको, ये कहना ना पैंदा। फिर जे गुरु वाल मुख होंदा तो फिर अमृत तो आपे ही छक लेना सी असी, फिर बेनतियां करन दी लोड़ नहीं सी पैनी। फिर जे गुरु वाल मुख होंदा ते, अगर गुरु वाल मुख होंदा ते सिख घर दा जन्म होवे ते फिर नाई दी दुकान ते बैठा होवे, ये कदी हो नहीं सी सकदा है। पर साडा शरीरक तौर ते मुख गुरु वाल है, मन करके असी किधरे होर जांदे पे हाँ। बड़ी बारीकी नाल लैना इसनूं। तुसी जितने बैठे हो ना मेरे समेत, साडा शरीरक तौर ते मुख गुरु वाल है, लेकिन मन साडा गुरु वाल है कि नहीं है, ये असी कह नहीं सकते हाँ। क्योंकि गुरु नानक सच्चे पातशाह जी कहते ने भी मत्था लोकी टेकते ने, गुरु दे सामने भी लोकी आ जाते हैं, लेकिन अंदरों मन झुकदा है कि नहीं, अंदरों मन गुरु वाल है कि नहीं है, इसकी कोई गारंटी नहीं है। सतगुरु कहते ने सीस निवाइए क्या थिए, जां हृदय कुसुदे जाहे। मत्था टेकण दा तेरा की लाभ है जे अंदरों हिरदा किसी होर पासे जांदा पिया होवे। मत्था टेकने आ ना सी गुरु नूं, पर क्या सी मत्था टेक के गुरु दी गल सुन के कोई गुरु दी गल मन्नी भी है? ते जे मन्नी नहीं है तो गुरु वाल मुख नहीं है फिर। क्योंकि गुरु नूं मनना होर गल है ते गुरु दी गल मन लेना होर गल है। जिन्हां दे दिन मनाए जाते हैं, जिन्हां दी असी बाणी पढ़ते हैं गुरु ग्रंथ साहब दे विच, उन्हां ने परमात्मा दी गल नूं मन्निया है, गुरु दी गल नूं मन्निया है। उन्होंने सिर्फ मनते नहीं सन भी सिर्फ मन लैंदे सन गुरु नूं, नहीं मनते तो असी सारे ही हाँ। जितने आ रहे ने गुरु ग्रंथ साहब नूं गुरु मनते ने, ताई ते मत्था टेकते पे ने। पर क्या मन भी मनदा है गुरु नूं?
ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਮਨ ਨਹੀਂ ਮੰਨਦਾ ਹੈ। ਸਰੀਰ ਗੁਰਦੁਆਰੇ ਦੇ ਵਿੱਚ ਆ ਜਾਂਦਾ ਹੈ, ਪਰ ਮਨ ਤਾਂ ਸਾਡਾ ਕਿਧਰੇ ਹੋਰ ਪਾਸੇ ਜਾਂਦਾ ਪਿਆ ਹੈ। ਤੇ ਜੇ ਗੁਰੂ ਦੀ ਗੱਲ ਨੂੰ ਮੰਨਿਆ ਹੁੰਦਾ ਨਾ, ਜੇ ਗੁਰੂ ਵੱਲ ਸਾਡਾ ਮੁੱਖ ਹੁੰਦਾ, ਤੇ ਫਿਰ ਤਾਂ ਅਸੀਂ ਗੁਰੂ ਦੇ ਹੁਕਮ ਨੂੰ ਵੀ ਮੰਨਦੇ। ਤੇ ਸਾਡਾ ਤੇ ਉਹ ਹਾਲ ਹੋਇਆ ਪਿਆ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਮੱਥਾ ਵੀ ਟੇਕੀ ਜਾਂਦੇ ਆ ਤੇ ਗੁਰੂ ਨੂੰ ਜਵਾਬ ਵੀ ਦੇਈ ਜਾਂਦੇ ਆ ਵੀ ਮਹਾਰਾਜ ਮੱਥੇ ਤੇ ਤੈਨੂੰ ਅਸੀਂ 10 ਵਾਰੀ ਟੇਕਾਂਗੇ, ਤੇਰੀ ਬਾਣੀ ਨੂੰ ਅਸੀਂ ਸੁਣ ਵੀ ਲਵਾਂਗੇ, ਪਰ ਮਹਾਰਾਜ ਜੇ ਤੂੰ ਆਖੇ ਵੀ ਮੇਰੀ ਗੱਲ ਮੰਨੋ ਤੇ ਇਹ ਨਹੀਂ ਹੋ ਸਕਦਾ, ਇਹ ਅਸੀਂ ਨਹੀਂ ਕਰ ਸਕਦੇ ਹਾਂ। ਮੱਥੇ ਤੈਨੂੰ ਅਸੀਂ ਟੇਕੀ ਜਾਵਾਂਗੇ, ਤੇਰੀ ਬਾਣੀ ਸੁਣਾਂਗੇ ਵੀ ਸਹੀ। ਕਈ ਲੋਕ ਤਾਂ ਸਾਨੂੰ ਵੀ ਕਹਿ ਦਿੰਦੇ ਨੇ, ਗਿਆਨੀ ਜੀ ਤੁਹਾਡਾ ਤਾਂ ਕੰਮ ਹੀ ਹੈ ਬੋਲਣਾ, ਤੁਹਾਡਾ ਤੇ ਕੰਮ ਬਣ ਗਿਆ ਵੇ। ਗੱਲ ਮੰਨੀ ਗਈ ਹੈ ਕਿ ਨਹੀਂ ਮੰਨੀ ਗਈ ਹੈ? ਜਿਹੜੇ ਮੰਨ ਲੈਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਉਹ ਤੇ ਇਤਨਾ ਮਹਾਨ ਹੋ ਜਾਂਦਾ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਅਸੀਂ ਮੱਥੇ ਟੇਕੀ ਜਾਂਦੇ ਹਾਂ, ਨਾਲ ਜਵਾਬ ਵੀ ਦੇਈ ਜਾਂਦੇ ਹਾਂ ਵੀ ਮਹਾਰਾਜ ਤੂੰ ਜੋ ਆਖੇ ਨਾ ਉਹ ਅਸੀਂ ਨਹੀਂ ਕਰ ਸਕਦੇ ਹਾਂ, ਮੱਥੇ ਤੈਨੂੰ ਟੇਕਾਂਗੇ ਅਸੀਂ। ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨਿਆ ਹੁੰਦਾ ਤਾਂ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਮੂਰਤੀਆਂ ਦੀ ਪੂਜਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਪੱਥਰਾਂ ਦੀ ਮੂਰਤੀਆਂ ਦੀ ਪੂਜਾ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ ਹੈ, ਇਹਦੇ ਵਿੱਚੋਂ ਕੁਛ ਨਹੀਂ ਮਿਲਣਾ। ਪਾਖਾਨ ਗੱਡ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਜੇ ਮੂਰਤ ਸੱਚੀ ਹੁੰਦੀ ਤੇ ਜਿਹੜਾ ਉੱਤੇ ਬਹਿ ਕੇ ਬਣਾਉਂਦਾ ਪਿਆ, ਫਿਰ ਸਭ ਤੋਂ ਪਹਿਲੇ ਤੇ ਉਹਦੇ ਨਾਲ ਹੀ ਨਿਪਟ ਲੈਂਦੀ ਉਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਧਾ ਹੀ ਇੱਕ ਓੰਕਾਰ ਨਿਰੰਕਾਰ ਦੇ ਨਾਲ ਜੋੜਦੇ ਹਨ। ਮਹਾਰਾਜ ਨੇ ਤੇ ਆਪਣੇ ਸਰੀਰ ਨਾਲ ਵੀ ਨਹੀਂ ਜੋੜਿਆ ਵੀ ਜੇ ਮੈਨੂੰ ਮਿਲਣਾ ਤੇ ਸਤ ਸੰਗਤ ਦੇ ਵਿੱਚ ਜਾਓ, ਸ਼ਬਦ ਦੇ ਨਾਲ ਜੁੜੋ, ਸ਼ਬਦ ਗੁਰੂ ਹੈ। ਤੇ ਅਸੀਂ ਮੂਰਤੀਆਂ ਦੀ ਪੂਜਾ ਵਿੱਚ ਲੱਗ ਗਏ ਹਾਂ। ਜਿਸ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 239 ਸਾਲ ਤੱਕ ਸੱਚੇ ਪਾਤਸ਼ਾਹ ਨੇ ਜ਼ੋਰ ਲਾ ਦਿੱਤਾ ਵੀ ਮੇਰਾ ਸਿੱਖ ਨਿਰੰਕਾਰ ਦੇ ਨਾਲ ਜੁੜੇ, ਮੂਰਤੀਆਂ ਦੇ ਨਾਲ ਨਾ ਜੁੜੇ। ਅਸੀਂ ਉਸੇ ਗੁਰੂ ਨਾਨਕ ਦੀਆਂ ਤਸਵੀਰਾਂ ਬਣਾ ਕੇ ਤੇ ਕੰਧਾਂ ਦੇ ਉੱਤੇ ਟੰਗ ਦਿੱਤੀਆਂ ਨੇ। ਜਿਹਨੇ ਮਨਾ ਕੀਤਾ ਸੀ ਨਾ ਵੀ ਇਹ ਕੰਮ ਨਹੀਂ ਕਰਨਾ ਹੈ, ਸਲਾਮ ਜਵਾਬ ਦੋਵੇਂ ਕਰੇ। ਜਦੋਂ ਨਗਰ ਕੀਰਤਨ ਨਿਕਲਦੇ ਨਾ, ਬੜੀਆਂ ਬੜੀਆਂ ਵੱਡੀਆਂ ਤਸਵੀਰਾਂ ਲਾਈਆਂ ਜਾਂਦੀਆਂ ਨੇ, ਚਲੋ ਠੀਕ ਹੈ ਲਾ ਦਿਓ, ਪਰ ਨਗਰ ਕੀਰਤਨ ਤੋਂ ਬਾਅਦ ਕਦੀ ਜਾ ਕੇ ਉਹਨਾਂ ਤਸਵੀਰਾਂ ਦੀ ਹਾਲਤ ਦੇਖਣਾ, ਕਬਾੜ ਖਾਨਿਆਂ ਦੇ ਵਿੱਚ ਉਹ ਹਾਲਤ ਆਉਂਦੀ ਹੈ ਉਹਨਾਂ ਤਸਵੀਰਾਂ ਦੀ ਕਿ ਅਸੀਂ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਹਾਂ। ਅਸੀਂ ਬਣਾਈ ਜਾਂਦੇ ਹਾਂ, ਅਸੀਂ ਫਿਰ ਵੀ ਜਿਸ ਕੰਮ ਤੋਂ ਸਾਨੂੰ ਮਨਾ ਕੀਤਾ ਗਿਆ ਅਸੀਂ ਉਹੀ ਕਰੀ ਜਾਂਦੇ ਹਾਂ। ਸਲਾਮ ਜਵਾਬ ਦੋਵੇਂ ਕਰੇ। ਵਰਤ ਰੱਖਣ ਵਾਸਤੇ ਗੁਰਬਾਣੀ ਸਾਨੂੰ ਮਨਾ ਕਰਦੀ ਹੈ, ਵਰਤ ਰੱਖਣ ਦਾ ਕੋਈ ਲਾਭ ਨਹੀਂ ਹੈ। ਭੁੱਖਿਆਂ ਰਹਿਣ ਨਾਲ ਕੋਈ ਰੱਬ ਮਿਲ ਜਾਂਦਾ ਵੇ, ਤੇ ਜੇ ਭੁੱਖਿਆਂ ਰਹਿਣ ਨਾਲ ਹੀ ਰੱਬ ਮਿਲਣਾ ਵੇ ਤਾਂ ਐਸੇ ਕਈ ਜੀਵ ਨੇ 6-6 ਮਹੀਨੇ ਤੱਕ ਖਾਂਦੇ ਹੀ ਨਹੀਂ ਨੇ, ਤਾਂ ਉਹਨਾਂ ਨੂੰ ਤੇ ਰੱਬ ਕਦੋਂ ਦਾ ਮਿਲ ਜਾਣਾ ਚਾਹੀਦਾ ਸੀ ਉਹਨਾਂ ਨੂੰ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ, ਗਦਹੀ ਹੋਏ ਕੇ ਅਵਤਰੇ ਭਾਰ ਸਹੇ ਮਨ ਚਾਰ। ਜਿਹੜਾ ਪ੍ਰਮਾਤਮਾ ਦਾ ਸਿਮਰਨ ਛੋੜ ਕੇ ਵਰਤ ਰੱਖਦਾ ਹੈ, ਇਸਤਰੀ ਹੈ ਜਾਂ ਪੁਰਸ਼ ਹੈ, ਉਹਦਾ ਅਗਲਾ ਜਨਮ ਉਹ ਖੋਤੀ ਦਾ ਹੋਵੇਗਾ ਤੇ ਉਹਦੇ ਉੱਤੇ 4 ਮਣ ਭਾਰ ਰੱਖਿਆ ਜਾਣਾ ਹੈ। ਸਾਡੇ ਲੋਕ ਫਿਰ ਵੀ ਵਰਤ ਰੱਖੀ ਜਾਂਦੇ ਹਨ। ਗੁਰਬਾਣੀ ਤਾਂ ਕਹਿੰਦੀ ਹੈ ਭੁੱਖੇ ਭਗਤ ਨਾ ਕੀਜੇ, ਭੁੱਖਿਆਂ ਭਗਤੀ ਨਹੀਂ ਹੋ ਸਕਦੀ ਹੈ। ਜੇ ਮਾਲਾ ਆਪਣੀ ਲੀਜੇ,
ਭੁੱਖੇ ਰਹਿਣ ਦੇ ਨਾਲ ਸਾਰਾ ਦਿਨ ਰੋਟੀ ਯਾਦ ਆਵੇਗੀ, ਪਰਮਾਤਮਾ ਯਾਦ ਨਹੀਂ ਆ ਸਕਦਾ ਸਾਨੂੰ। ਪਰ ਜਿਸ ਕੰਮ ਤੋਂ ਸਾਨੂੰ ਮਨਾ ਕੀਤਾ ਗਿਆ ਸੀ ਉਹੀ ਕੰਮ ਕਰੀ ਜਾਂਦੇ ਹਾਂ। ਮਹਾਰਾਜ ਨੇ ਸਾਨੂੰ ਆਖਿਆ ਸੀ ਕਿ ਕੇਵਲ ਤੇ ਕੇਵਲ ਸਿੱਖ ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੇਕ ਨ ਆਨੇ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ, ਮੜੀ ਮਠ ਭੂਲ ਨ ਮਾਨੇ। ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਾਗਦੀ ਜੋਤ ਦਾ ਪੁਜਾਰੀ ਬਣੇਗਾ। ਇਹ ਸਿੱਖ ਕਦੀ ਇੱਥੇ ਮੱਥੇ ਟੇਕਦਾ, ਕਦੀ ਉੱਥੇ ਮੱਥੇ ਟੇਕਦਾ, ਕਦੀ ਇਸ ਮੰਦਰ ਜਾਂਦਾ, ਕਦੀ ਉਸ ਮੰਦਰ, ਮੜੀਆਂ ਤੇ ਮਸਾਣਾ ਤੇ ਪਤਾ ਨਹੀਂ ਕਿੱਥੇ ਕਿੱਥੇ ਅੱਜ ਭਟਕਦੇ ਪਏ ਨੇ। ਮੈਂ ਦੇਖ ਕੇ ਹੈਰਾਨ ਹੋ ਜਾਂਦਾ ਵਾਂ। ਹੱਥਾਂ ਵਿੱਚ ਕੜੇ ਪਾਏ ਹੋਏ ਨੇ, ਕਈ ਤਰ੍ਹਾਂ ਦੇ ਧਾਗੇ ਤਵੀਤ ਬੰਨੇ ਹੋਏ ਨੇ, ਗਲ ਦੇ ਵਿੱਚ ਕਿਰਪਾਨਾਂ ਵੀ ਪਾਈਆਂ ਹੋਈਆਂ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਟੇਕਦੇ ਪਏ ਨੇ। ਇਹ ਹਾਲ ਸਾਡੇ ਹੋਏ ਪਏ ਨੇ। ਮੈਂ ਨਹੀਂ ਕਹਿੰਦਾ ਸਤਿਕਾਰ ਸਾਰਿਆਂ ਦਾ ਹੀ ਹੈ, ਲੇਕਿਨ ਪਿਤਾ ਸਾਡਾ ਇੱਕ ਹੋ ਸਕਦਾ ਵੇ, ਕਿਸੇ ਇਸਤਰੀ ਦਾ ਪਤੀ ਇੱਕ ਹੋ ਸਕਦਾ ਵੇ, ਚਾਚੇ ਤਾਏ ਮਾਮੇ ਫੁੱਫੜ ਬਹੁਤ ਅਨੰਤ ਹੋ ਸਕਦੇ ਨੇ, ਉਹਦੀ ਕੋਈ ਗਿਣਤੀ ਨਹੀਂ। ਪਰ ਪਿਓ ਜਦ ਵੀ ਹੋਏਗਾ ਉਹ ਇੱਕੋ ਹੀ ਹੋਵੇਗਾ। ਜੇ ਦੋ ਹੋ ਜਾਣ, ਸਮਾਜ ਵਿੱਚ ਉਸ ਨੂੰ ਚੰਗੀ ਨਿਗਾਹ ਨਾਲ ਨਹੀਂ ਵੇਖਿਆ ਜਾਂਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੋੜ ਕੇ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਪਏ ਹਾਂ। ਤੁਲਸੀਦਾਸ ਜੀ ਮਥੁਰਾ ਵਿੱਚ ਗਏ ਸਨ ਕ੍ਰਿਸ਼ਨ ਦੀ ਨਗਰੀ ਨੂੰ ਵੇਖਣ ਵਾਸਤੇ, ਤੇ ਸ੍ਰੀ ਕ੍ਰਿਸ਼ਨ ਦੀ ਨਗਰੀ ਦੇ ਜਦੋਂ ਦਰਸ਼ਨ ਕਰਨ ਲੱਗੇ, ਉੱਥੋਂ ਦੇ ਲੋਕ ਬੜੇ ਪ੍ਰਭਾਵਿਤ ਹੋਏ ਵੀ ਤੁਲਸੀਦਾਸ ਆਏ ਨੇ। ਸਨਾਤਨ ਮਤ ਦਾ ਇੱਕ ਸੰਤ ਆਇਆ ਜਿਹਨੇ ਰਾਮਾਇਣ ਲਿਖੀ ਹੈ। ਲੋਕ ਬੜੇ ਖੁਸ਼ ਹੋਏ ਤੇ ਤੁਲਸੀਦਾਸ ਜੀ ਨੂੰ ਸਾਰੀ ਮਥੁਰਾ ਨਗਰੀ ਦੇ ਦਰਸ਼ਨ ਕਰਾਏ ਨੇ। ਜਿਸ ਵੇਲੇ ਸ਼ਾਮ ਦਾ ਵਕਤ ਹੋਇਆ ਨਾ, ਤੇ ਆਖਰੀ ਜਗ੍ਹਾ ਦੇ ਦਰਸ਼ਨ ਕਰਾਣੇ ਸਨ, ਉਹ ਸੀ ਕ੍ਰਿਸ਼ਨ ਦੀ ਜਨਮ ਭੂਮੀ, ਜੇਲ੍ਹ ਜਿੱਥੇ ਬਣੀ ਹੋਈ ਹੈ। ਉੱਥੇ ਜਦੋਂ ਦਰਸ਼ਨ ਕਰ ਰਹੇ ਸਨ ਤਾਂ ਇੱਕ ਬੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਲਸੀਦਾਸ ਜੀ ਦੇ ਉੱਤੇ ਨਜ਼ਰ ਰੱਖੀ ਹੋਈ ਹੈ, ਬਈ ਇਹ ਕੀ ਕਰਦੇ ਨੇ, ਮਹਾਨ ਸੰਤ ਹੈ। ਤੇ ਜਦੋਂ ਦਰਸ਼ਨ ਕਰ ਲਏ ਨਾ, ਤਾਂ ਉਸ ਬੰਦੇ ਨੇ ਤੁਲਸੀਦਾਸ ਨੂੰ ਪੁੱਛਿਆ ਵੀ ਮੈਂ ਤੁਹਾਨੂੰ ਸਵੇਰ ਦਾ ਵੇਖਦਾ ਪਿਆ ਵਾਂ, ਤੁਸੀਂ ਦਰਸ਼ਨ ਤੇ ਕਰਦੇ ਹੋ, ਪਰ ਕ੍ਰਿਸ਼ਨ ਦੇ ਕਿਸੇ ਵੀ ਮੰਦਰ ਦੇ ਵਿੱਚ ਤੁਸੀਂ ਮੱਥਾ ਨਹੀਂ ਟੇਕਿਆ ਹੋਵੇ। ਕਾਰਨ ਕੀ ਹੈ? ਆਖਰ ਕ੍ਰਿਸ਼ਨ ਵੀ ਤੇ ਰਾਮ ਦਾ ਹੀ ਅਵਤਾਰ ਮੰਨਿਆ ਜਾਂਦਾ। ਤੁਸੀਂ ਕ੍ਰਿਸ਼ਨ ਦੇ ਮੰਦਰ ਵਿੱਚ ਹੱਥ ਜੋੜਦੇ ਹੋ, ਦਰਸ਼ਨ ਕਰਦੇ ਹੋ, ਪਰ ਮੱਥਾ ਨਹੀਂ ਟੇਕਦੇ ਹੋ। ਕਾਰਨ ਕੀ ਹੈ ਇਸ ਦਾ? ਸਨਾਤਨ ਮਤ ਦਾ ਇੱਕ ਸੰਤ ਜਵਾਬ ਦਿੰਦਾ ਪਿਆ, ਤੇ ਤੁਸੀਂ ਬੜੇ ਧਿਆਨ ਨਾਲ ਸੁਣਨਾ। ਤੁਹਾਨੂੰ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਬਾਣੀ ਦੇ ਨਾਲ ਜੋੜਿਆ ਹੈ। ਤੁਲਸੀਦਾਸ ਜੀ ਕਹਿੰਦੇ ਨੇ ਵੀ ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਵੀ ਬੜੀ ਸੁੰਦਰ ਮੂਰਤੀ ਹੈ ਕ੍ਰਿਸ਼ਨ ਦੀ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਤੁਲਸੀ ਮਸਤਕ ਤਉ ਨਿਵੇ ਜੋ ਧਨੁਸ਼ ਬਾਣ ਹੋਏ ਹਾਥ। ਕਹਿੰਦਾ ਮੈਂ ਕੇਵਲ ਸ੍ਰੀ ਰਾਮ ਦਾ ਪੁਜਾਰੀ ਹਾਂ, ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ। ਜੇ ਇਹਦੇ ਹੱਥ ਦੇ ਵਿੱਚ ਮੁਰਲੀ ਦੀ ਜਗ੍ਹਾ ਤੇ ਧਨੁਸ਼ ਬਾਣ ਹੁੰਦਾ ਤੇ ਮੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ, ਮੇਰਾ ਸਿਰ ਆਪਣੇ ਆਪ ਹੀ ਝੁਕ ਜਾਣਾ ਸੀ, ਆਪੇ ਹੀ ਝੁਕ ਜਾਂਦਾ। ਕਹਿੰਦਾ ਮੈਂ ਰਾਮ ਦਾ ਪੁਜਾਰੀ ਹਾਂ, ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ। ਮੈਂ ਇੱਕ ਮਹਾਨ ਸੰਤ ਰਾਮ ਨੂੰ ਛੋੜ ਕੇ ਕ੍ਰਿਸ਼ਨ ਨੂੰ ਮੱਥਾ ਨਹੀਂ ਟੇਕਦਾ। ਹਾਲਾਂਕਿ ਉਸ ਨੂੰ ਵੀ ਉੱਥੇ ਦਾ ਹੀ ਅਵਤਾਰ ਮੰਨਿਆ ਜਾਂਦਾ। ਕ੍ਰਿਸ਼ਨ ਵੀ ਰਾਮ ਦੇ ਅਵਤਾਰ ਮੰਨੇ ਜਾਂਦੇ ਨੇ, ਜਿਹੜੇ 22 ਅਵਤਾਰ ਨੇ। ਸਾਡੇ ਲੋਕ ਸਾਨੂੰ ਮਹਾਰਾਜ ਹੁਕਮ ਕਰਕੇ ਗਏ ਹਨ ਕਿ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਮੱਥੇ ਹੀ ਟੇਕੀ ਜਾਂਦੇ ਹਾਂ, ਅੰਦਰੋਂ ਮਨ ਸਾਡਾ ਕਿਧਰੇ ਹੋਰ ਜਾਈ ਜਾਂਦਾ ਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ
ਕਹਿੰਦੇ ਨੇ ਕਿ ਇਹ ਜਿਹੜੇ ਸਿਰਫ ਮੱਥੇ ਟੇਕਦੇ ਪਏ ਨਾ, ਇਹ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦੇ ਹਨ। ਚਲੋ ਮੱਥਾ ਰੋਜ਼ ਟੇਕੋ, ਪਰ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਮੇਰਾ ਸੀਸ ਤੇਰੇ ਚਰਨਾਂ ਤੋਂ ਸਿਵਾਏ ਕਿਧਰੇ ਹੋਰ ਨਾ ਚੁੱਕ ਜਾਵੇ। ਬਸ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦਿਸਨ, ਅਨ ਦਿਨ ਬੱਦੇ ਮਾਰੀਅਨ ਫਿਰ ਵੇਲਾ ਨਾ ਲਹਨ। ਕਿ ਜਿਹੜੇ ਬੇਮੁਖ ਹੋ ਜਾਂਦੇ ਹਨ, ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਵਿਜੋਗ ਪੈ ਜਾਂਦੇ ਹਨ ਜੇ ਕਿਧਰੇ ਬੰਦਾ ਰੱਬ ਤੋਂ ਬੇਮੁਖ ਹੋ ਜਾਵੇ, ਗੁਰੂ ਤੋਂ ਬੇਮੁਖ ਹੋ ਜਾਵੇ। ਮੂਲੇ ਖੱਤਰੀ ਨੇ ਸਿਰਫ ਇੱਕ ਗਲਤੀ ਕੀਤੀ ਸੀ, ਉਸਨੇ ਬਸ। ਪੂਰੀ ਸਾਖੀ ਤਾਂ ਮੈਂ ਨਹੀਂ ਸੁਣਾ ਸਕਦਾ, ਬੜਾ ਲੰਬਾ ਚੌੜਾ ਇਤਿਹਾਸ ਹੋ ਜਾਏਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਗਏ ਸਨ ਉਸ ਨੂੰ ਘਰੋਂ ਲੈਣ ਵਾਸਤੇ, ਉਹਦੀ ਘਰਵਾਲੀ ਨੇ ਕਹਿ ਦਿੱਤਾ ਕਿ ਮੂਲਾ ਨਹੀਂ ਹੈ, ਜਦਕਿ ਉਹ ਅੰਦਰ ਹੀ ਸੀ। ਉਹ ਮਹਾਰਾਜ ਨੇ ਕਿਹਾ ਵੀ ਨਹੀਂ ਹੈ ਤਾਂ ਫਿਰ ਨਹੀਂ ਹੋਵੇਗਾ। ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ, ਮਹਾਰਾਜ ਮੇਰੇ ਕੋਲੋਂ ਬੜੀ ਗਲਤੀ ਹੋ ਗਈ ਹੈ। ਸਤਿਗੁਰਾਂ ਨੇ ਆਖਿਆ ਉਹ ਸਮਾਂ ਹੁਣ ਨਿਕਲ ਗਿਆ ਵੇ, ਇਹ ਸਮਾਂ ਹੁਣ ਨਹੀਂ ਆਉਣ ਵਾਲਾ। ਮਹਾਰਾਜ ਕਦੀ ਬਖਸ਼ਿਆ ਵੀ ਜਾਵਾਂਗਾ। ਸਤਿਗੁਰੂ ਕਹਿੰਦੇ ਨੇ 10ਵੇਂ ਜਾਮੇ ਦੇ ਵਿੱਚ ਹੁਣ ਤੇਰਾ ਉଦ୍ਧਾਰ ਹੋਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ 10ਵੇਂ ਜਾਮੇ ਤੱਕ ਇਹ ਮੂਲਾ ਖੱਤਰੀ ਫਿਰ, ਕਿਉਂਕਿ ਸਮਾਂ ਗਵਾ ਦਿੱਤਾ ਸੀ ਇਸਨੇ। ਜੇ ਸਾਹਮਣੇ ਸਨਮੁਖ ਹੋ ਜਾਂਦਾ ਤੇ ਫਿਰ ਉਸੇ ਵੇਲੇ ਹੀ ਉਧਾਰ ਹੋ ਜਾਣਾ ਸੀ, ਪਰ ਇਸ ਨੂੰ ਕਈ ਜੂਨਾਂ ਦੇ ਵਿੱਚ ਫਿਰ ਭਟਕਣਾ ਪਿਆ। 10ਵੇਂ ਪਾਤਸ਼ਾਹ ਨੇ ਫਿਰ ਆ ਕੇ ਤੇ ਇਸ ਦਾ ਉਧਾਰ ਕੀਤਾ ਸੀ। ਮਹਾਰਾਜ ਕਹਿੰਦੇ ਨੇ ਕਿ ਅਨ ਦਿਨ ਬੱਦੇ ਮਾਰੀਅਨ ਫਿਰ ਵੇਲਾ ਨਾ ਲੈਣ, ਰਾਤ ਦਿਨ ਫਿਰ ਇਹਨਾਂ ਨੂੰ ਫਿਰ ਮਾਰ ਪੈਂਦੀ। ਮਾਰ ਕਿਹੜੀ ਪੈਂਦੀ ਹੈ? ਜਨਮਾਂ ਦੀ ਮਾਰ ਪੈਂਦੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਮ ਕਾ ਠੈਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹ ਮਿਲਿਓ, ਤਿਨ ਲੀਆ ਅੰਚਲ ਲਾਏ। ਇਹ ਸਮਾਂ ਮਿਲਿਆ ਸਾਨੂੰ। ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਾਨੁਕ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਕਹਿੰਦੇ ਨੇ ਚਾਂਸ ਨੂੰ। ਤੈਨੂੰ ਇੱਕ ਅਵਸਰ ਮਿਲਿਆ ਹੈ, ਤੂੰ ਇਸ ਅਵਸਰ ਦੀ ਸੰਭਾਲ ਕਰ। ਤੇ ਜੇ ਕਿਧਰੇ ਇਹ ਚਾਂਸ ਸਾਡੇ ਹੱਥ ਵਿੱਚੋਂ ਨਿਕਲ ਗਿਆ ਨਾ, ਤਾਂ ਗੁਰਬਾਣੀ ਕਹਿੰਦੀ ਹੈ ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਏਂਦਾ। ਜੇ ਚਾਂਸ ਸਾਡੇ ਹੱਥ ਵਿੱਚੋਂ ਨਿਕਲ ਗਿਆ ਨਾ, ਮਹਾਰਾਜ ਕਹਿੰਦੇ ਨੇ ਫਿਰ ਤੂੰ ਜਨਮ ਮਰਨ ਦੇ ਵਿੱਚ ਫਸ ਜਾਏਗਾ। ਫਿਰ ਤਾਂ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆਂ ਦੇਸ਼ ਲੰਮੇ। ਇਹ ਤਾਂ ਫਿਰ ਕਈ ਜਨਮਾਂ ਤੇ ਗੱਲ ਜਾ ਪੈਣੀ ਹੈ। ਸਤਿਗੁਰੂ ਕਹਿੰਦੇ ਨੇ ਕਿ ਫਿਰ ਇਹ ਸਮਾਂ ਤੇਰੇ ਹੱਥ ਵਿੱਚ ਨਹੀਂ ਆਣਾ ਹੈ। ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਸਮਾਂ ਬੀਤਿਓ ਜਾਤ ਹੈ, ਫੇਰ ਕਰੇਗੋ ਕਬ। ਇਹ ਸਮਾਂ ਸਾਡਾ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇਹ ਸਮਾਂ ਨਿਕਲਦਾ ਜਾਂਦਾ ਹੈ। ਐ ਮਨੁੱਖ, ਤੂੰ ਆਪਣੇ ਇਸ ਸਮੇਂ ਦੀ ਸੰਭਾਲ ਕਰ, ਕਿਧਰੇ ਇਹ ਚਾਂਸ ਤੇਰੇ ਹੱਥ ਵਿੱਚੋਂ ਨਿਕਲ ਨਾ ਜਾਵੇ। ਨਹੀਂ ਤਾਂ ਫਿਰ ਜਿਸ ਵੇਲੇ ਬੰਦੇ ਦੇ ਜਪਣ ਦੀ ਉਮਰ ਹੁੰਦੀ ਹੈ ਨਾ, ਜੀਵਨ ਸਫਲ ਕਰਨ ਦੀ ਉਮਰ ਹੁੰਦੀ ਹੈ, ਉਸ ਵੇਲੇ ਤੇ ਬੰਦਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਤੇ ਜਿਸ ਵੇਲੇ ਫਿਰ ਸੋਚਦਾ ਵੀ ਹੁਣ ਜਪ ਲਵਾਂ ਮੈਂ, ਫਿਰ ਸਮਾਂ ਹੱਥ ਵਿੱਚੋਂ ਨਿਕਲ ਜਾਂਦਾ ਹੈ। ਫਿਰ ਅੱਖਾਂ ਕੰਮ ਨਹੀਂ ਕਰਦੀਆਂ, ਫਿਰ ਜ਼ਬਾਨ ਕੰਮ ਨਹੀਂ ਕਰਦੀ, ਗੋਡੇ ਕੰਮ ਨਹੀਂ ਕਰਦੇ, ਫਿਰ ਬੈਠਾ ਨਹੀਂ ਜਾਂਦਾ, ਖਲੋਤਾ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ। ਫਿਰ ਤਾਂ ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦਦਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਫਿਰ ਸਮਾਂ ਹੱਥ ਵਿੱਚੋਂ ਨਿਕਲ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਸੁਚੇਤ ਹੋ, ਕਿਧਰੇ ਇਹ ਸਮਾਂ ਤੇਰੇ ਹੱਥ ਵਿੱਚੋਂ ਨਿਕਲ ਨਾ ਜਾਵੇ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਪਏ ਨੇ।
ਮਹਾਰਾਜ ਕਹਿੰਦੇ ਨੇ ਹਰ ਹਰ ਰਾਖੋ ਕਿਰਪਾ ਧਾਰ, ਹੇ ਹਰੀ ਹੇ ਪ੍ਰਮਾਤਮਾ, ਸੁੱਕੇ ਹੋਇਆਂ ਨੂੰ ਹਰਾ ਕਰਨ ਵਾਲੇ ਪ੍ਰਮਾਤਮਾ ਮੇਰੇ ਉੱਤੇ ਕਿਰਪਾ ਕਰ। ਤੇ ਕਿਹੜੀ ਕਿਰਪਾ ਕਰਨੀ ਹੈ? ਮਹਾਰਾਜ ਕਹਿੰਦੇ ਨੇ ਸਤ ਸੰਗਤ ਮਿਲਾਏ ਪ੍ਰਭ, ਹਰ 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 ਹਿਰਦੇ ਹਰ ਗੁਣ ਸਾਰ। ਸਤ ਸੰਗਤ ਦੀ ਮੈਨੂੰ ਪ੍ਰਾਪਤੀ ਹੋ ਜਾਏ, ਤੂੰ ਕਿਰਪਾ ਕਰ ਮੇਰੇ ਉੱਤੇ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਤਾਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ਹੁਣ ਕਈ ਲੋਕ ਕਹਿੰਦੇ ਨੇ ਜੀ ਗੁਰੂ ਫਿਰ ਕਿਰਪਾ ਕਰੇਗਾ ਤੇ ਆ ਜਾਵਾਂਗੇ ਸਤ ਸੰਗਤ ਦੇ ਵਿੱਚ। ਸਤ ਸੰਗਤ ਦੇ ਵਿੱਚ ਅਸੀਂ ਆਉਣਾ ਹੈ, ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਵਿੱਚ ਆ ਗਿਆ ਤੇ ਹੁਣ ਤੂੰ ਮਿਹਰ ਕਰ, ਕਿਰਪਾ ਕਰ ਤਾਂ ਕਿ ਸਤ ਸੰਗਤ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਤੇ ਸਤ ਸੰਗਤ ਦੇ ਵਿੱਚੋਂ ਲੈਣਾ ਕੀ ਹੈ ਅਸੀਂ? ਮਹਾਰਾਜ ਕਹਿੰਦੇ ਨੇ ਹਿਰਦੇ ਹਰ ਗੁਣ ਸਾਰ। ਸਤ ਸੰਗਤ ਦੇ ਵਿੱਚੋਂ ਪ੍ਰਮਾਤਮਾ ਦੇ ਗੁਣ ਪ੍ਰਾਪਤ ਕਰਨੇ ਨੇ ਤੇ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਣਾ ਹੈ। ਇਹ ਹਿਰਦਾ ਸਾਨੂੰ ਪ੍ਰਮਾਤਮਾ ਨੇ ਇਸ ਵਾਸਤੇ ਦਿੱਤਾ ਹੈ ਕਿ ਪ੍ਰਮਾਤਮਾ ਦੇ ਗੁਣ ਅੰਦਰ ਇਕੱਠੇ ਕਰਨੇ ਨੇ। ਤੇ ਅਸੀਂ ਕੀ ਇਕੱਠਾ ਕੀਤਾ ਹੋਇਆ ਅੰਦਰ? ਸਾਡੇ ਅੰਦਰ ਨਿੰਦਾ, ਚੁਗਲੀ, ਵੈਰ, ਵਿਰੋਧ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਪਤਾ ਨਹੀਂ ਕੀ ਕੁਝ ਸਾਡੇ ਅੰਦਰ ਇਕੱਠਾ ਹੋਇਆ ਪਿਆ। ਅਸੀਂ ਕਦੀ ਅੰਦਰ ਜਗ੍ਹਾ ਹੀ ਨਹੀਂ ਬਣਾਈ ਕਿ ਪ੍ਰਮਾਤਮਾ ਦੇ ਗੁਣ ਇਕੱਠੇ ਕਰ ਸਕੀਏ ਅਸੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਦੁਨੀਆ ਦੀ ਬੜੀ ਉਲਟੀ ਚਾਲ ਮੈਂ ਵੇਖੀ ਹੈ। ਸੈਰ ਕਰ ਰਹੇ ਸਨ ਭਾਈ ਗੁਰਦਾਸ ਜੀ, ਕਿਸੇ ਬੰਦੇ ਨੇ ਆਪਣੇ ਖੇਤ ਦੇ ਵਿੱਚ ਵਾੜ ਲਾਈ ਹੋਈ ਸੀ। ਵਾੜ ਲਾਉਂਦੇ ਨਾ ਫਸਲ ਦੀ ਹਿਫਾਜ਼ਤ ਵਾਸਤੇ। ਉਹਨੇ ਚੰਦਨ ਦੀ ਵਾੜ ਲਾਈ ਹੋਈ ਤੇ ਭਾਈ ਸਾਹਿਬ ਦੇਖ ਕੇ ਖੜੇ ਹੋ ਗਏ ਵੀ ਹੱਦ ਹੋ ਗਈ, ਇਹ ਚੰਦਨ ਦੀ ਵਾੜ ਲਾਈ ਹੋਈ ਹੈ, ਪੁੱਛਾਂ ਤੇ ਸਹੀ ਵੀ ਇਹਦੇ ਵਿੱਚ ਬੀਜ ਕਿਹੜਾ ਬੋਇਆ ਹੋਇਆ ਵੇ। ਲੋਕੀ ਚੰਦਨ ਦੀ ਫਸਲ ਬੀਜਦੇ ਨੇ ਤੇ ਕੰਡਿਆਂ ਦੀ ਵਾੜ ਲਾਉਂਦੇ ਨੇ ਤਾਂ ਕਿ ਉਸ ਨੂੰ ਬਚਾਇਆ ਜਾ ਸਕੇ। ਭਾਈ ਸਾਹਿਬ ਕਹਿੰਦੇ ਨੇ ਵੀ ਚੰਦਨ ਕੀ ਬਾਰ ਜੈਸੇ ਬੀਜੀਅਤ ਬਬੂਲ ਦ੍ਰਮ, ਕੰਚਨ ਸਪਟ ਮੱਧ ਕਾਂਚ ਗ੍ਰਹਿ ਰਾਖੀ ਹੈ। ਵੀ ਚੰਦਨ ਦੀ ਵਾੜ ਲਾਈ ਹੋਈ ਸੀ ਤੇ ਭਾਈ ਸਾਹਿਬ ਪੁੱਛਦੇ ਨੇ ਵੀ ਮੈਂ ਉਹਨੂੰ ਪੁੱਛਿਆ ਵੀ ਤੂੰ ਬੀਜ ਕਿਹੜਾ ਪਾਇਆ ਵੇ, ਫਸਲ ਕਿਹੜੀ ਬੀਜੀ ਹੈ? ਉਹ ਕਹਿੰਦਾ ਵੀ ਫਸਲ ਤਾਂ ਮੈਂ ਬੀਜੀ ਹੈ ਕੰਡਿਆਂ ਦੀ। ਫਸਲ ਬੀਜੀ ਕੰਡਿਆਂ ਦੀ ਤੇ ਵਾੜ ਲਾਈ ਹੋਈ ਹੈ ਚੰਦਨ ਦੀ। ਦੂਸਰਾ ਭਾਈ ਸਾਹਿਬ ਕਹਿੰਦੇ ਨੇ ਕੰਚਨ ਸਪਟ ਮੱਧ ਕਾਂਚ ਗ੍ਰਹਿ ਰਾਖੀਏ। ਕਿਸੇ ਬੰਦੇ ਨੇ ਸੋਨੇ ਦਾ ਬਕਸਾ ਬਣਾਇਆ ਸੀ ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਉਹਨੂੰ ਪੁੱਛਿਆ ਵੀ ਲੋਕੀ ਲੱਕੜ ਦਾ ਬਕਸਾ ਬਣਾਉਂਦੇ ਨੇ, ਲੋਹੇ ਦਾ ਬਕਸਾ ਬਣਾਉਂਦੇ ਨੇ, ਸੋਨੇ ਚਾਂਦੀ ਦੀਆਂ ਕੀਮਤੀ ਵਸਤੂਆਂ ਉਹਦੇ ਵਿੱਚ ਸੰਭਾਲ ਕੇ ਰੱਖਦੇ ਨੇ, ਤੇ ਮੈਂ ਇਹਨੂੰ ਪੁੱਛਾਂ ਵੀ ਤੂੰ ਇਹਦੇ ਵਿੱਚ ਕੀ ਰੱਖਿਆ? ਤੂੰ ਸੋਨੇ ਦਾ ਬਕਸਾ ਬਣਾਇਆ ਹੋਇਆ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਉਹ ਬੰਦਾ ਕਹਿੰਦਾ ਵੀ ਸੋਨੇ ਦੇ ਬਕਸੇ ਦੇ ਵਿੱਚ ਮੈਂ ਕੱਚ ਦੇ ਟੁਕੜੇ ਰੱਖੇ ਹੋਏ ਨੇ। ਭਾਈ ਸਾਹਿਬ ਕਹਿੰਦੇ ਨੇ ਉਲਟੀ ਚਾਲ ਇਸ ਜਗਤ ਦੀ। ਚੰਦਨ ਦੀ ਫਸਲ ਲਾਣੀ ਸੀ ਤੇ ਕੰਡਿਆਂ ਦੀ ਵਾੜ ਲਾਣੀ ਸੀ। ਲੱਕੜ ਦਾ ਬਕਸਾ ਬਣਾ ਕੇ ਸੋਨੇ ਚਾਂਦੀ ਨੂੰ, ਕੀਮਤੀ ਵਸਤੂਆਂ ਨੂੰ ਸੰਭਾਲ ਕੇ ਰੱਖਣਾ ਸੀ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਹੈ, ਬੜਾ ਸੁੰਦਰ, ਬੜਾ ਕੀਮਤੀ ਹਿਰਦਾ ਪਰਮਾਤਮਾ ਨੇ ਦਿੱਤਾ ਸੀ। ਇਹਦੇ ਵਿੱਚ ਰੱਬ ਦੇ ਗੁਣ ਅਸੀਂ ਸੰਭਾਲ ਕੇ ਰੱਖਣੇ ਸਨ, ਪਰ ਅਸੀਂ ਇਕੱਠੇ ਕਰ ਲਏ ਦੁਨੀਆ ਦੇ ਅਵਗੁਣ। ਭਾਈ ਸਾਹਿਬ ਕਹਿੰਦੇ ਨੇ ਉਲਟੀ ਚਾਲ ਇਸ ਦੁਨੀਆ ਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਦੇ ਵਿੱਚੋਂ ਸਾਨੂੰ ਪ੍ਰਮਾਤਮਾ ਦੇ ਗੁਣ ਮਿਲ ਜਾਣ ਤੇ ਉਹਨਾਂ ਗੁਣਾਂ ਦੀ ਫਿਰ ਮੈਂ ਸਾਰ ਸੰਭਾਲ ਕਰ ਸਕਾਂ। ਰਹਾਉ ਠਹਿਰਾਓ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਹਨ ਕਿ ਸੇ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚੱਲਨ। ਪਰਮਾਤਮਾ ਨੂੰ ਆਪਣੇ ਉਹ ਭਗਤ ਪਿਆਰੇ ਲੱਗਦੇ ਨੇ ਜਿਹੜੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਚੱਲਦੇ ਹਨ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਹਨ। ਤੇ ਹੁਕਮ ਤਾਂ ਅਸੀਂ ਮੰਨਦੇ ਹੀ ਨਹੀਂ ਹਾਂ। ਦੇਖੋ ਮੈਂ ਪਹਿਲੇ ਹੀ ਬੇਨਤੀ ਕੀਤੀ ਹੈ, ਅਸੀਂ ਮੱਥੇ ਟੇਕੀ ਜਾਂਦੇ ਹਾਂ,
पर जदों हुक्म मनण दी गल आउंदी है ना, तो फिर असी पिछे हट जाते हाँ। तो जिन्हें हुक्म मन्निया वे, तो गुरबाणी कहती है कि हुक्म मन्निए होवे परवान, तां खसमे का महल पायसी, खसमे भावे सो करे, मनो चिंदिया सो फल पायसी, तां दरगे पैंदा जाए सी। महाराज कहते ने जे किधरे असी गुरु का हुक्म मन लईए ना, तां दरगे पैंदा जाए सी, फिर गुरु की चरण छो सानू प्राप्त हो सकती है जे किधरे हुक्म मन लवीए सी। ते हुक्म मनना की है, गुर कहया साकार कमावो, गुर की करनी काहे तावो। जो गुरु ने कह दिता है उस हुक्म नू मन लेना, बस होर कोई गल नहीं है। एक विद्वान कहता है, खुदा को मेरे जो मंजूर हों, काश मेरे भी वही असूल हों। ਜਿਹੜੇ ਰੱਬ ਨੂੰ ਚੰਗੇ ਲੱਗਦੇ ਹੋ ਨਾ, ਜੋ ਰੱਬ ਨੂੰ ਪਾਉਂਦਾ ਹੋਵੇ, ਮੇਰੇ ਵੀ ਐਸੇ ਉਸੂਲ ਬਣ ਜਾਣ। ਹੇ ਖੁਦਾ ਤੂੰ ਮੇਰੇ ਉੱਤੇ ਕਿਰਪਾ ਕਰ, ਬਖਸ਼ਿਸ਼ ਕਰ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਗੁਰੂ ਸੁਪੁੱਤਰ ਸਨ, ਗੁਰੂਆਂ ਦੀ ਅੰਸ਼-ਬੰਤ ਹੈ। ਹਰ ਕੰਮ ਕਰਦੇ ਸਨ, ਪਰ ਇੱਕੋ ਹੀ ਕੰਮ ਨਹੀਂ ਸਨ ਕਰਦੇ ਕਿ हुक्म नहीं सन मनते सन। महाराज कोई गल करते सन, अगों कोई ना कोई गल जवाब दे देंदे सन। बस इतना ही कसूर सी उन्हां दा, और कोई कसूर नहीं सी। महाराज दा सत्कार करते सन, मत्था टेकते सन, नाल रहिंदे सन, हर काम करते सन। पर जो सतगुरु जी बचन करते सन, कोई ना कोई अगों जवाब दे देंदे सन। बस इतनी गल सी। महाराज कहते हैं कि परमात्मा नूं वो भगत पाउंदे ने जिहड़े उसकी रजा दे विच रहिंदे हन। ते रजा दे विच भी किस तरह चलते हैं? महाराज कहते हैं, आप छोड़ सेवा करन, जीवत मुए रहन। अपना आप त्याग के ते फिर सेवा करते हैं गुरु दी। आपा त्याग के, हंकार दा त्याग करके, अपने गुणां नूं एक पासे रख के। असी तां देखते हैं कि सानू तां सेवा का ही हंकार हो जाता है। मैं इतनी सेवा की, मैं इतना दान दिता है, मैं इतने पाठ किए ने, मैं इतना सिमरन किया, मैं इतना सतसंगत रोज़ करदा हाँ। सानू तो इन्हां गुणां दा हंकार हो जाता वे। होना तो ये चाहिदा सी कि ये हंकार अंदरों मिट जाता, खत्म हो जाता। सतसंगत विच आउण दा, बाणी पढ़न दा, सिमरन करन दा, सेवा करन दा इक्को ही लाभ है कि मैं मिट जाए ते तूं दा अंदर प्रकाश हो जाए, अंदरों मैं मिट जाए। ते जे मैं है तो परमात्मा नहीं मिल सकता। जब हम होते तब तू नाही, अब तू ही मैं नाही। जदों मैं होना तो परमात्मा तू नहीं होंदा, जदों तू होना तो फिर मैं नहीं होंदा। इक्को ही चीज़ रह सकती है। महाराज कहते ने, आप गवाए सेवा करे तां कुछ पाए मान। आपा गवा के जे कोई सेवा करे। मैं देखदा कई बारी लोग सेवा करने वास्ते गुरुद्वारे आउंदे ने, बई असीं गुरु घर दी सेवा करनी है। चंगी गल है, करनी चाहिए है। पर वो सेवक का लकब लैके ते मालक बन के बह जाते हैं। फिर आउंदे सेवादार बन के ने, पर 4 दिन बाद पता लगता है कि ये तो मालक बन के बह गया वे। और पहले आउंदे ने हाथ जोड़ के, तो फिर हाथ इंज हो जाते हैं। चलो मैं गल अपने तो शुरू करा कि कईयां दा हाजमा बड़ा कच्चा हुंदा वे। मेरे वर्गे कई कथावाचक स्टेजां ते बह के बड़ियां बड़ियां वड्डियां गल्लां करते हैं, निमरता की गल करते हैं, प्रेम की गल करते हैं, हंकार नूं मिटाउण की गल करते हैं। तो स्टेज तो थल्ले उतरन, तुसीं फतेह बुला के देखो, अगले जवाब भी नहीं देंदे तुहानूं। गल्लां असीं बड़ियां बड़ियां वड्डियां कर जांदे हां। महाराज कहते हैं कि आप गवाए सेवा, अपना आप मिटा देवे।
ਜੀਵਤ ਮੂਏ ਰਹਿਨ, ਰਹੇਗਾ ਤੇ ਜਿਉਂਦਾ, ਸਰੀਰ ਕਰਕੇ ਤੇ ਜੀਵਤ ਰਹੇਗਾ, ਪਰ ਅੰਦਰੋਂ ਮੁਰਦਾ ਹੋ ਜਾਏਗਾ। ਤੇ ਮੁਰਦਾ ਕਦੋਂ ਹੋਵੇਗਾ? ਜਦੋਂ ਮੈਂ ਅੰਦਰੋਂ ਮਿਟ ਜਾਏਗੀ, ਜਦੋਂ ਮੈਂ ਖਤਮ ਹੋ ਜਾਵੇਗੀ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਚੱਲੇ ਸਨ, ਪਹਿਲੇ ਇੱਕ ਵਾਰੀ ਮੁਲਾਕਾਤ ਹੋਈ, ਫਿਰ ਆਪਣੇ ਘਰ ਆ ਗਏ, ਆਪਣਾ ਸਭ ਕੁਝ ਬੱਚਿਆਂ ਨੂੰ ਦੇ ਕੇ ਤੇ ਚੱਲੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ। ਤੇ ਆਪਣੇ ਨਾਲ ਉਹਨਾਂ ਨੇ 2 ਵਸਤੂਆਂ ਲੈ ਲਈਆਂ ਨੇ, ਸਿਰਫ 2 ਵਸਤੂਆਂ। ਇੱਕ ਤਾਂ ਉਹਨਾਂ ਨੇ ਚਟਾਈ ਲੈ ਲਈ, ਇੱਕ ਨਾਲ ਲੈ ਲਈ ਲੂਣ ਦੀ ਵੱਡੀ ਡੱਲੀ। 2 ਚੀਜ਼ਾਂ ਬਸ, ਕਿਉਂਕਿ ਲੂਣ ਦਾ ਵਪਾਰ ਸੀ ਸਤਿਗੁਰੂ ਜੀ ਦਾ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਲੂਣ ਦੀ ਡੱਲੀ ਸਿਰ ਤੇ ਰੱਖ ਲਈ ਤੇ ਚਟਾਈ ਆਪਣੇ ਕੱਛਾਂ ਵਿੱਚ ਮਾਰ ਕੇ ਤੁਰ ਪਏ। ਤੇ ਜਿਹੜੇ ਨੌਕਰ ਚਾਕਰ ਸਨ, ਘਰ ਦੇ ਬੱਚੇ ਸਨ ਉਹਨਾਂ ਦੇ, ਉਹਨਾਂ ਆਖਿਆ ਮਹਾਰਾਜ ਜੀ ਤੁਸੀਂ ਸਾਨੂੰ ਦੇ ਦਿਓ, ਅਸੀਂ ਪਹੁੰਚਾ ਦਿੰਦੇ ਹਾਂ, ਤੁਸੀਂ ਆਪ ਕਿਉਂ ਸਿਰ ਤੇ ਚੁੱਕ ਲਿਆ ਵੇ? ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਤਾ ਕੀ ਆਖਿਆ, ਮੈਂ ਉੱਥੇ ਸੇਵਕ ਬਣ ਕੇ ਚੱਲਿਆ ਵਾਂ, ਮਾਲਕ ਬਣ ਕੇ ਨਹੀਂ ਚੱਲਿਆ ਹਾਂ, ਸੇਵਕ ਬਣ ਕੇ। ਤੇ ਮਹਾਰਾਜ ਇਹ 2 ਚੀਜ਼ਾਂ, ਲੂਣ ਲੈ ਲਿਆ, ਚਟਾਈ ਲੈ ਲਈ, ਹੋਰ ਕੀਮਤੀ ਵਸਤੂਆਂ ਲੈ ਲਵੋ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਇਹ 2 ਚੀਜ਼ਾਂ ਦੀ ਮੈਨੂੰ ਲੋੜ ਹੈ, ਕਿਉਂਕਿ ਇਹਨਾਂ ਹੀ 2 ਵਸਤੂਆਂ ਨੇ ਮੈਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਪ੍ਰਵਾਨ ਕਰਾ ਦੇਣਾ ਹੈ। ਕਿਹੜੀਆਂ? ਇੱਕ ਚਟਾਈ ਲੈ ਲਈ ਮਹਾਰਾਜ ਨੇ, ਆਖਿਆ ਇਹ ਚਟਾਈ ਇਸ ਵਾਸਤੇ ਲਈ ਹੈ, ਜਿਸ ਵਕਤ ਸਰੀਰ ਬਹੁਤ ਥੱਕ ਜਾਏਗਾ ਨਾ, ਜਿਤਨੀ ਸਰੀਰ ਨੂੰ ਜ਼ਰੂਰਤ ਹੈ ਸਿਰਫ ਉਤਨਾ ਹੀ ਆਰਾਮ ਕਰਨਾ ਹੈ, ਤੇ ਉਤਨਾ ਆਰਾਮ ਚਟਾਈ 'ਤੇ ਹੀ ਹੋ ਸਕਦਾ ਹੈ, ਮਖਮਲੀ ਗੱਦਿਆਂ 'ਤੇ ਨਹੀਂ ਹੋ ਸਕਦਾ ਹੈ। ਕਿਉਂਕਿ ਮਖਮਲੀ ਗੱਦਿਆਂ 'ਤੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅੰਮ੍ਰਿਤ ਵੇਲਾ ਕਦੋਂ ਹੋ ਗਿਆ ਤੇ ਕਦੋਂ ਸਮਾਂ ਨਿਕਲ ਗਿਆ ਵੇ। ਚਟਾਈ 'ਤੇ ਸੌਣਾ ਹੈ ਮੈਂ। ਤੇ ਮਹਾਰਾਜ ਇਹ ਲੂਣ ਦੀ ਡੱਲੀ ਦਾ ਕੀ ਕਰਨਾ ਤੁਸੀਂ? ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਲੂਣ ਪਾਣੀ ਦੇ ਵਿੱਚ ਘੁਲ ਜਾਂਦਾ ਹੈ, ਉਹਦਾ ਆਕਾਰ ਮਿਟ ਜਾਂਦਾ ਹੈ, ਕੇਵਲ ਸਵਾਦ ਰਹਿ ਜਾਂਦਾ ਹੈ, ਬਸ ਪਤਾ ਲੱਗਦਾ ਹੈ ਪਾਣੀ 'ਚ ਲੂਣ ਹੈ, ਆਕਾਰ ਤੇ ਨਹੀਂ ਨਾ ਦਿਖਾਈ ਦਿੰਦਾ। ਜਿਸ ਤਰ੍ਹਾਂ ਲੂਣ ਪਾਣੀ ਦੇ ਵਿੱਚ ਘੁਲ ਜਾਂਦਾ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਸਮਾ ਜਾਣਾ ਚਾਹੁੰਦਾ ਵਾਂ। ਇਹ ਹੁੰਦਾ ਜੀਵਤ ਮੂਏ ਰਹਿਨ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਖ ਹੋਵੇ ਤਾਂ ਮੁਰਦੇ ਦੀ ਤਰ੍ਹਾਂ ਹੋਵੇ, ਮੁਰਦਾ ਹੋਏ ਮੁਰੀਦ ਨਾ ਗੱਲੀ ਜੋਵਣਾ। ਮੁਰਦੇ ਦੇ ਵਿੱਚ ਬੜੇ ਗੁਣ ਹੁੰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਮੁਰਦੇ ਕੋਲੋਂ ਸਿੱਖੋ ਵੀ ਸਿੱਖੀ ਨੂੰ ਕਿਸ ਤਰ੍ਹਾਂ ਕਮਾਣਾ ਹੈ। ਹੱਦ ਹੋ ਗਈ, ਮੁਰਦਾ ਤਾਂ ਕੁਝ ਕਰਦਾ ਹੀ ਨਹੀਂ ਹੈ, ਉਹਦੇ ਕੋਲੋਂ ਕੀ ਸਿੱਖਣਾ ਮੈਂ? ਮੁਰਦੇ ਨੂੰ ਤੁਸੀਂ ਘਰ ਦੇ ਬਾਹਰ ਰੱਖ ਦਿਓ ਤਾਂ ਉਸਨੇ ਕੁਛ ਨਹੀਂ ਕਹਿਣਾ, ਘਰ ਦੇ ਅੰਦਰ ਰੱਖ ਦਿਓਗੇ ਤਾਂ ਉਸਨੇ ਕੁਛ ਨਹੀਂ ਬੋਲਣਾ। ਮੁਰਦੇ ਨੂੰ ਚੁੱਕ ਕੇ ਤੁਸੀਂ ਠੰਡੀ ਬਰਫ਼ 'ਤੇ ਰੱਖ ਦਿਓ ਤਾਂ ਵੀ ਉਸਨੇ ਕੁਛ ਨਹੀਂ ਕਹਿਣਾ, ਤੇ ਮੁਰਦੇ ਨੂੰ ਚੁੱਕ ਕੇ ਭਾਵੇਂ ਬਲਦੀਆਂ ਲੱਕੜਾਂ ਦੇ ਉੱਤੇ ਰੱਖ ਦਿਓ ਤਾਂ ਵੀ ਉਸੀ ਕੁਛ ਨਹੀਂ ਕਹਿਣਾ ਹੈ। ਮੁਰਦੇ ਨੂੰ ਭੁੱਖ ਪਿਆਸ ਨਹੀਂ ਲੱਗਦੀ, ਜਿੱਥੇ ਤੁਸੀਂ ਰੱਖ ਦਿਓਗੇ ਉਹਨੇ ਉੱਥੇ ਟਿਕ ਜਾਣਾ ਮੈਂ। ਮੁਰਦਾ ਕਦੀ ਅੱਗੋਂ ਨਹੀਂ ਬੋਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਕਾ ਸਿੱਖ ਵੀ ਇਸ ਤਰ੍ਹਾਂ ਹੋਵੇ ਕਿ ਜੋ ਗੁਰੂ ਨੇ ਕਹਿ ਦਿੱਤਾ ਨਾ, ਬਸ ਅੱਗੋਂ ਫਿਰ ਕੋਈ ਜਵਾਬ ਨਾ ਹੋਵੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਆਖਿਆ ਨਾ, ਸਿਰਫ 7 ਬਚਨ ਹੀ ਕੀਤਾ, ਬਸ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਹੈ। ਇਹ ਹੈ ਸਿੱਖੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ, ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰਾ। ਜਿਹਨੇ ਸਾਨੂੰ ਸਰੀਰ ਦਿੱਤਾ ਹੈ, ਜਿਹਨੇ ਪ੍ਰਾਣ ਦਿੱਤੇ ਨੇ, ਆਤਮਾ ਦਿੱਤਾ ਹੈ, ਜੀਵਨ ਦਿੱਤਾ ਹੈ ਜਿਸ ਪਰਮਾਤਮਾ ਨੇ, ਜਿਸ ਦੀ ਇਸ ਸੰਸਾਰ ਦੇ ਵਿੱਚ ਜਿਹਦੀ ਸਰਕਾਰ ਚੱਲਦੀ ਪਈ ਹੈ, ਜਿਹਨੇ ਸਭ ਕੁਝ ਦਿੱਤਾ ਵੇ, ਤਾਂ ਮਹਾਰਾਜ ਕਹਿੰਦੇ ਨੇ ਉਹ ਕਿਉਂ ਮਨੋ ਵਿਸਾਰੀਏ, ਹਰ ਰੱਖੀਏ ਹਿਰਦੇ ਧਾਰ।
ਉਹ ਜਿਹਨੇ ਸਭ ਕੁਝ ਦਿੱਤਾ ਵੇ ਉਸ ਪਰਮਾਤਮਾ ਨੂੰ ਤੂੰ ਕਿਉਂ ਵਿਸਾਰ ਦੇਣਾ? ਉਹ ਕਿਉਂ ਮਨੋਂ ਵਿਸਾਰੀਏ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੋਗਾਣੀ, ਜਿਨ ਦੀਏ ਸੋ ਚਿਤ ਨ ਆਵਈ। ਜਿਨੇ ਇਤਨਾ ਕੁਛ ਦਿੱਤਾ ਵੇ, ਤੇ ਮਹਾਰਾਜ ਕਹਿੰਦੇ ਨੇ ਜਿਸ ਨੇ ਦਿੱਤਾ ਉਹਨੂੰ ਅਗਰ ਚੇਤੇ ਨਹੀਂ ਕਰਦੇ ਹਾਂ ਤੂੰ ਪਸ਼ੂ ਹੋਂ ਕਰ ਜਾਣੀ। ਫਿਰ ਆਪਣੇ ਆਪ ਨੂੰ ਤੂੰ ਮਨੁੱਖ ਨਾ ਸਮਝੀ, ਫਿਰ ਤੂੰ ਪਸ਼ੂ ਹੀ ਹੈ ਜਿਹਨੇ ਇਤਨਾ ਕੁਛ ਦਿੱਤਾ ਵੇ। ਸਤਿਗੁਰ ਕਹਿੰਦੇ ਨੇ ਜਿਸ ਪਰਮਾਤਮਾ ਨੇ ਸਰੀਰ ਦਿੱਤਾ ਵੇ, ਮੈਂ ਹੈਰਾਨ ਨਾ, ਕਈਆਂ ਨੂੰ ਰੱਬ ਨੇ ਸਰੀਰ ਵੀ ਦਿੱਤਾ ਹੈ ਪਰ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਪਏ ਹੋਏ ਨੇ ਮੰਜਿਆਂ ਦੇ ਉੱਤੇ। ਤੇ ਸਰੀਰ ਤੇ ਸਾਨੂੰ ਵੀ ਦਿੱਤਾ ਵੇ ਨਾ, ਤੇ ਸਾਡਾ ਤੇ ਪੂਰਾ ਸਰੀਰ ਕੰਮ ਕਰਦਾ ਪਿਆ। ਤੇ ਜੇ ਫਿਰ ਵੀ ਅਸੀਂ ਰੱਬ ਨੂੰ ਯਾਦ ਨਹੀਂ ਕਰਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਤੂੰ ਬੰਦਾ ਤਾਂ ਨਹੀਂ ਹੋ ਸਕਦਾ, ਫਿਰ ਤੂੰ ਪਸ਼ੂ ਹੀ ਹੈ ਤੂੰ। ਸਤਿਗੁਰ ਕਹਿੰਦੇ ਨੇ ਜਿਸ ਨੇ ਸਭ ਕੁਝ ਦਿੱਤਾ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ। ਤੇ ਹਿਰਦੇ ਵਿੱਚ ਤੇ ਤਾਂ ਸੰਭਾਲਾਂਗੇ ਨਾ ਜੇ ਅੰਦਰ ਕੋਈ ਜਗ੍ਹਾ ਹੋਵੇਗੀ। ਕਿਸੇ ਕਮਰੇ ਦੇ ਵਿੱਚ ਜਗ੍ਹਾ ਹੀ ਨਾ ਹੋਵੇ ਤਾਂ ਅਸੀਂ ਕੋਈ ਚੀਜ਼ ਅੰਦਰ ਕਿਵੇਂ ਰੱਖਾਂਗੇ? ਉਹਦੇ ਅੰਦਰ ਰੱਬ ਨੂੰ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਣਾ ਹੈ। ਹਿਰਦੇ ਜਗ੍ਹਾ ਤਾਂ ਹੋਵੇ ਪਹਿਲੇ। ਸਿੱਖ ਸਾਧੀ ਸਾਹਿਬ ਕਹਿੰਦੇ ਨੇ, ਮੈਂ ਰੋਜ਼ ਇਬਾਦਤ ਤੋਂ ਬਾਅਦ ਖੁਦਾ ਨੂੰ ਕਹਿੰਦਾ ਸਾਂ, ਬਈ ਹੇ ਖੁਦਾ ਕਦੀ ਮੇਰੇ ਘਰ ਵੀ ਆ, ਤੂੰ ਮੇਰੇ ਘਰ ਵੀ ਆ ਜਾ। ਕਹਿੰਦੇ ਨੇ ਇੱਕ ਦਿਨ ਮੈਂ ਸੈਰ ਕਰਦਾ ਪਿਆ ਤੇ ਅਚਾਨਕ ਅੱਗੋਂ ਖੁਦਾ ਮਿਲ ਗਿਆ। ਕਹਿੰਦਾ ਵੀ ਚੱਲ ਤੇਰੇ ਘਰ ਚਲੀਏ ਅਸੀਂ। ਤੇ ਕਹਿੰਦਾ ਮੈਂ ਲੈ ਕੇ ਖੁਦਾ ਨੂੰ ਆਪਣੇ ਨਾਲ ਆ ਗਿਆ। ਤੇ ਖੁਦਾ ਕਹਿੰਦਾ ਵੀ ਮੈਂ ਬਾਹਰ ਖੜਾ ਹੋਣਾ, ਤੂੰ ਅੰਦਰ ਦੇਖ ਕੇ ਆ ਕੋਈ ਜਗ੍ਹਾ ਹੈ ਮੇਰੇ ਬਹਿਣ ਦੀ। ਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਜਦੋਂ ਮੈਂ ਅੰਦਰ ਦੇਖੀ ਤੇ ਕੋਈ ਜਗ੍ਹਾ ਨਹੀਂ ਸੀ ਉਸ ਦੇ ਵਿੱਚ। ਇਹ ਤਾਂ ਇੱਕ ਘਰ ਦੀ ਗੱਲ ਹੈ। ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਵਾਸਤੇ ਜਗ੍ਹਾ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਸੰਭਾਲ ਕਰ। ਨਾਮ ਮਿਲੀਏ ਪਤ ਪਾਈਏ, ਨਾਮ ਮੰਨੀਏ ਸੁਖ ਹੋਏ। ਨਾਮ ਮਿਲ ਜਾਏ ਸੰਸਾਰ ਵਿੱਚ ਵੀ ਪਤ ਬਣ ਜਾਂਦੀ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਅਗਲੀ ਪੰਕਤੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਨਾਮ ਮਿਲਦਾ ਕਿੱਥੋਂ ਹੈ? ਸਤਿਗੁਰ ਤੇ ਨਾਮ ਪਾਈਏ, ਕਰਮ ਮਿਲੇ ਪ੍ਰਭ ਸੋਏ। ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਚਰਨਾਂ 'ਚ ਆਉਣ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ क्षमा। ਸਾਰਿਆਂ ਦਾ ਧੰਨਵਾਦ। ਬਾਕੀ ਵਿਚਾਰ ਜੋ ਸ਼ਬਦ ਦੀ ਹੈ ਕੱਲ੍ਹ ਜੋ ਵਿਦਵਾਨ ਆਉਣਗੇ ਉਹ ਆਪ ਜੀ ਦੇ ਸਨਮੁਖ ਰੱਖਣਗੇ। ਸਤਿਗੁਰ ਮਿਹਰ ਕਰਨ, ਆਪਣੇ ਨਾਮ ਦੀ ਦਾਤ ਆਪ ਸਾਰਿਆਂ ਦੀ ਝੋਲੀ ਵਿੱਚ ਪਾਉਣ, ਮੇਰੇ ਤੇ ਵੀ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ।